dear students, to the daily slide by Department of School Education, Punjab, India, Class 10 plus 2, Section C. The name of the chapter is The Barbers Trade Union, written by Mulk Raj Anand. Let us discuss the short answer type questions. Question number 1. What was the age difference between Chandu and the narrator? ਕੱਲ ਵੀ ਅਸੀਂ ਜਦੋਂ ਪਾਠ ਪੜ੍ਹਿਆ ਸੀ ਤਾਂ ਮੈਂ ਕਿਹਾ ਸੀ ਯਾਦ ਰੱਖਣਾ, ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈ, ਪੇਪਰ 'ਚ ਬਹੁਤ ਵਾਰ ਆਉਂਦਾ ਹੈ। ਚੰਦੂ ਤੇ ਲੇਖਕ ਦੇ ਵਿੱਚ ਉਮਰ ਦਾ ਕੀ ਫਰਕ ਸੀ? ਆਂਸਰ, ਦ ਏਜ ਡਿਫਰੈਂਸ ਬਿਟਵੀਨ ਚੰਦੂ ਐਂਡ ਦ ਨਰੇਟਰ ਵਾਜ਼ ਦੈਟ ਆਫ 6 months. ਚੰਦੂ ਵਾਜ਼ ਸੀਨੀਅਰ ਟੂ ਦ ਨਰੇਟਰ। ਦੋਨਾਂ ਦੀ ਉਮਰ ਦੇ ਵਿੱਚ 6 ਮਹੀਨੇ ਦਾ ਫਰਕ ਸੀ। ਜੋ ਚੰਦੂ ਸੀ ਉਹ ਲੇਖਕ ਤੋਂ 6 ਮਹੀਨੇ ਵੱਡਾ ਸੀ। Why did the narrator consider Chandu the embodiment of perfection for him? ਲੇਖਕ ਨੂੰ ਕਿਉਂ ਲੱਗਦਾ ਸੀ, ਨਰੇਟਰ ਨੂੰ ਕਿਉਂ ਲੱਗਦਾ ਸੀ ਕਿ ਚੰਦੂ ਤਾਂ ਬਸ ਪਰਫੈਕਟ ਹੈ, ਉਸ ਤੋਂ ਉੱਪਰ ਕੋਈ ਹੋ ਹੀ ਨਹੀਂ ਸਕਦਾ? Answer, the narrator considered Chandu the embodiment of the perfection because he could make and fly paper kites of complicated design and balance. ਇੱਕ ਤਾਂ ਪਰਿੰਡਾ ਫੜਦਾ ਸੀ, ਦੂਸਰਾ ਜਿਹੜੀ ਚੀਜ਼ ਜ਼ਿਆਦਾ ਉਹਨੂੰ ਇੰਪ੍ਰੈਸ ਕਰਦੀ ਸੀ ਲੇਖਕ ਨੂੰ ਇਹ ਸੀ ਕਿ ਉਹ ਕਾਗਜ਼ ਦੀਆਂ ਅਜਿਹੀਆਂ ਪਤੰਗਾਂ ਬਣਾਉਂਦਾ ਸੀ ਜਿਹਦੇ ਡਿਜ਼ਾਈਨ ਬੜੇ ਹੀ ਸ਼ਾਨਦਾਰ ਹੁੰਦੇ ਸੀ ਅਤੇ ਓਨਾ ਹੀ ਉਹਦੇ ਵਿੱਚ ਸੰਤੁਲਨ ਹੁੰਦਾ ਸੀ। ਜਦੋਂ ਕਿ ਲੇਖਕ ਤੋਂ ਅਜਿਹੀ ਪਤੰਗ ਬਣਦੀ ਨਹੀਂ ਸੀ ਤਾਂ ਉਹਨੂੰ ਲੱਗਦਾ ਸੀ ਕਿ ਚੰਦੂ ਤਾਂ ਪਰਫੈਕਟ ਹੈ। ਨੰਬਰ 3. ਵਾਈ ਵਾਜ਼ ਚੰਦੂ ਨਾਟ ਗੁੱਡ ਐਟ ਡੂਇੰਗ ਸਮਸ ਐਟ ਸਕੂਲ? ਆਂਸਰ, Chandu was not good at doing sums at school because he went to his father to learn the work of a barber. ਚੰਦੂ ਸਵਾਲ ਕਿਉਂ ਨਹੀਂ ਕੱਢ ਪਾਉਂਦਾ ਸੀ? ਚੰਦੂ ਸਵਾਲ ਇਸ ਲਈ ਹੱਲ ਨਹੀਂ ਸੀ ਕਰ ਪਾਉਂਦਾ ਕਿਉਂਕਿ ਉਸਨੂੰ ਘਰ ਬੈਠ ਕੇ ਉਹਨਾਂ ਦਾ ਅਭਿਆਸ ਕਰਨ ਦਾ ਮੌਕਾ ਨਹੀਂ ਮਿਲਦਾ ਸੀ, ਕਿਉਂਕਿ ਉਸਦੇ ਪਿਤਾ ਜੀ ਉਸਨੂੰ ਨਾਈ ਦਾ ਕੰਮ ਸਿਖਾਉਣ ਲਈ ਆਪਣੇ ਨਾਲ ਘਰੋਂ ਘਰੀ ਲੈ ਜਾਂਦੇ ਸੀ। ਨੰਬਰ 4. ਵਾਈ ਡਿਡ ਨਰੇਟਰਸ ਮਦਰ ਕੌਨਸਟੈਂਟਲੀ ਡਿਸੂਏਡ ਦ ਨਰੇਟਰ ਟੂ ਪਲੇ ਵਿਦ ਚੰਦੂ? ਤਾਂ ਨਰੇਟਰ ਦੀ ਜਿਹੜੀ ਮਾਂ ਸੀ ਉਹ ਲਗਾਤਾਰ ਨਰੇਟਰ ਨੂੰ ਚੰਦੂ ਨਾਲ ਨਾ ਖੇਡਣ ਲਈ ਕਿਉਂ ਕਹਿੰਦੀ ਰਹਿੰਦੀ ਸੀ? The narrator's mother constantly dissuaded the narrator to play with Chandu because Chandu was a lower caste barber's son. ਲੇਖਕ ਦੀ ਮਾਂ ਉਸ ਨੂੰ ਇਸ ਲਈ ਰੋਕਦੀ ਸੀ ਕਿਉਂਕਿ ਇਹ ਮੰਨਦੀ ਸੀ ਉਹ ਕਿ ਚੰਦੂ ਇੱਕ ਨੀਵੀਂ ਜਾਤ ਨਾਈ ਜਾਤ ਨਾਲ ਸੰਬੰਧ ਰੱਖਦਾ ਹੈ। ਕੁਐਸਚਨ ਨੰਬਰ 5. What does the narrator tell us about Chandu's dress? ਚੰਦੂ ਦੇ ਕੱਪੜਿਆਂ ਬਾਰੇ ਲੇਖਕ ਕੀ ਦੱਸਦਾ ਹੈ? ਆਂਸਰ, Chandu wore a pair of khaki shorts, black velvet coat, and a round felt cap. Dear students, this is also one of the most important questions. ਚੰਦੂ ਦੀ ਡਰੈਸ ਬਾਰੇ ਲੇਖਕ ਦੱਸਦਾ ਹੈ ਕਿ ਉਸ ਖਾਕੀ ਨਿੱਕਰ ਪਾਉਂਦਾ ਸੀ, ਕਾਲੇ ਰੰਗ ਦਾ ਵੈਲਵਟ ਦਾ ਸ਼ਨੀਲ ਦਾ ਉਸਨੇ ਕੋਟ ਪਾਇਆ ਹੁੰਦਾ ਸੀ ਅਤੇ ਉਸਦੇ ਸਿਰ 'ਤੇ ਇੱਕ ਗੋਲ ਜਿਹੀ ਟੋਪੀ ਹੁੰਦੀ ਸੀ। What did Chandu tell the narrator about Kalan Khan's appearance? ਚੰਦੂ ਕਲਨ ਖਾਨ ਦੇ ਕੱਪੜਿਆਂ ਬਾਰੇ, ਵੇਸ਼ਭੂਸ਼ਾ ਬਾਰੇ ਲੇਖਕ ਨੂੰ ਕੀ ਦੱਸਦਾ ਹੈ? ਆਂਸਰ, ਹੀ ਵਾਜ਼ ਅ ਯੰਗ ਮੈਨ ਵਿਦ ਪਾਰਟਿਡ ਹੈਅਰ। ਸਭ ਤੋਂ ਪਹਿਲੀ ਗੱਲ ਉਹ ਦੱਸਦਾ ਹੈ ਕਿ ਨੌਜਵਾਨ ਹੈ ਅਤੇ ਚੀਰ ਕੱਢ ਕੇ ਵਾਲ ਪਾਉਂਦਾ ਹੈ। ਡਰੈਸਡ ਇਨ ਅ ਸ਼ਰਟ, ਉਸਨੇ ਇੱਕ ਸ਼ਰਟ ਪਾਈ ਹੁੰਦੀ ਹੈ, ਬਲੈਕ ਕੋਟ ਕਾਲਾ ਕੋਟ ਪਾਇਆ ਹੁੰਦਾ ਹੈ, ਐਂਡ ਅ ਵੰਡਰਫੁਲ ਰਬਰ ਕੋਟ, ਅਤੇ ਉਸਨੇ ਰਬੜ ਦਾ ਇੱਕ ਕੋਟ ਵੀ ਪਾਇਆ ਹੁੰਦਾ ਹੈ, ਸ਼ਾਨਦਾਰ। ਨੰਬਰ 7. Why did Bijay Chand the landlord turn Chandu out of his house? ਜੋ ਜ਼ਿਮੀਦਾਰ ਹੁੰਦਾ ਹੈ ਵਿਜੇ ਚੰਦ, ਚੰਦੂ ਨੂੰ ਘਰੋਂ ਬਾਹਰ ਕਿਉਂ ਕੱਢਦਾ, ਉਸਦੀ ਬੇਇੱਜ਼ਤੀ ਕਿਉਂ ਕਰਦਾ ਹੈ? ਆਂਸਰ, ਵਿਜੇ ਚੰਦ the landlord turned Chandu out of his house because he was defiling or polluting his house with a leather bag of cowhide. ਤਾਂ ਵਿਜੇ ਚੰਦ ਉਸਨੂੰ ਘਰੋਂ ਬਾਹਰ ਇਸ ਲਈ ਕੱਢਦਾ ਹੈ ਕਿਉਂਕਿ ਉਹ ਕਹਿੰਦਾ ਕਿ ਚੰਦੂ ਨੂੰ ਕਹਿੰਦਾ ਤੂੰ ਮੇਰੇ ਘਰ ਨੂੰ ਦੂਸ਼ਿਤ ਕਰ ਰਿਹਾ, ਕਿਉਂਕਿ ਚੰਦੂ ਦੇ ਹੱਥ 'ਚ ਇੱਕ ਚਮੜੇ ਦਾ ਬੈਗ ਹੁੰਦਾ ਹੈ ਅਤੇ ਜਿਹੜਾ ਉਹ ਕਹਿੰਦਾ ਹੈ ਕਿ ਗਊ ਦੇ ਮਾਸ ਨਾਲ ਬਣਿਆ ਹੈ। ਕੁਐਸਚਨ ਨੰਬਰ 8. What did the ਸ਼ਾਹੂਕਾਰ think about Chandu's wearing clothes like a doctor? ਤਾਂ ਸ਼ਾਹੂਕਾਰ ਨੇ ਚੰਦੂ ਦੇ ਡਾਕਟਰ ਦੀ ਤਰ੍ਹਾਂ ਪਾਏ ਹੋਏ ਕੱਪੜਿਆਂ ਦੇ ਉੱਤੇ ਕੀ ਸੋਚਿਆ, ਕੀ ਬੋਲਿਆ? The ਸ਼ਾਹੂਕਾਰ abused and warned him not to wear the clothes of hospital people. ਸ਼ਾਹੂਕਾਰ ਨੇ ਉਹਨੂੰ ਗਾਲਾਂ ਕੱਢੀਆਂ ਅਤੇ ਉਸਨੂੰ ਇਹ ਚੇਤਾਵਨੀ ਦਿੱਤੀ ਕਿ ਹਸਪਤਾਲ ਵਾਲੇ ਲੋਕਾਂ ਦੇ ਕੱਪੜੇ ਉਹ ਨਾ ਪਾਵੇ, ਆਪਣੇ ਕੱਪੜੇ ਉਹੀ ਫਟੇ ਪੁਰਾਣੇ ਸਧਾਰਨ ਪਹਿਨ ਕੇ ਆਵੇ। ਨੰਬਰ 9. Why had the landlord summoned ਪੰਡਿਤ ਪਰਮਾਨੰਦ?
ਜ਼ਮੀਂਦਾਰ ਨੇ ਪੰਡਿਤ ਪਰਮਾਨੰਦ ਨੂੰ ਕਿਉਂ ਬੁਲਾਇਆ? ਆਂਸਰ, The landlord had summoned Pandit Parmanand to discuss the unholy emergency in which Chandu had worn a doctor's dress. ਜ਼ਮੀਂਦਾਰ ਨੇ ਪੰਡਿਤ ਪਰਮਾਨੰਦ ਨੂੰ ਇਸ ਲਈ ਬੁਲਾਇਆ ਕਿਉਂਕਿ ਬਹੁਤ ਹੀ ਮਹਾਨ ਅਪਵਿੱਤਰ ਕੰਮ ਹੋ ਗਿਆ ਸੀ। ਚੰਦੂ ਨੇ ਡਾਕਟਰ ਦੇ ਕੱਪੜੇ ਪਾ ਲਏ ਸੀ। Question 10. What type of woman was Chandu's mother? Answer, she was an ill-tempered woman. This question is also one of the most important questions. ਚੰਦੂ ਦੀ ਮਾਂ ਕਿਹੋ ਜਿਹੀ ਔਰਤ ਸੀ? ਚੰਦੂ ਦੀ ਮਾਂ ਬਹੁਤ ਹੀ ਲੜਾਕੇ ਸੁਭਾਅ ਦੀ ਔਰਤ ਸੀ। Number 11. How did Chandu's mother treat the narrator? ਫਿਰ ਚੰਦੂ ਦੀ ਮਾਂ ਲੇਖਕ ਨਾਲ ਕਿਹੋ ਜਿਹਾ ਵਿਵਹਾਰ ਕਰਦੀ ਸੀ? Answer, she was very kind to him and spoke to him in a joking manner. ਉਹ ਉਸ ਦੇ ਨਾਲ ਹਮੇਸ਼ਾ ਦਿਆਲੂ ਵਿਵਹਾਰ ਕਰਦੀ ਸੀ ਤੇ ਮਜ਼ਾਕ ਕਰਦੀ ਰਹਿੰਦੀ ਸੀ। Number 12. Why did Chandu decide to go on a strike? Another most important question. ਚੰਦੂ ਨੇ ਹੜਤਾਲ ਤੇ ਜਾਣ ਦਾ ਫੈਸਲਾ ਕਿਉਂ ਕੀਤਾ? Now you have read the chapter. You know that Chandu decided to go on a strike because the upper caste people had insulted and abused him. ਚੰਦੂ ਨੇ ਇਸ ਲਈ ਹੜਤਾਲ ਕੀਤੀ ਕਿ ਉਸ ਸਮੇਂ ਆਪਣੇ ਆਪ ਨੂੰ ਉੱਚੀਆਂ ਜਾਤਾਂ ਕਹਿਣ ਵਾਲੇ ਲੋਕਾਂ ਨੇ ਉਸ ਦੀ ਬੇਇੱਜ਼ਤੀ ਕੀਤੀ ਤੇ ਉਸ ਨੂੰ ਗਾਲਾਂ ਕੱਢੀਆਂ। Number 13. Why did Chandu decide to buy a bicycle? ਚੰਦੂ ਨੇ ਇਹ ਫੈਸਲਾ ਕਿਉਂ ਕੀਤਾ ਕਿ ਮੈਂ ਸਾਈਕਲ ਖਰੀਦੂੰਗਾ? Answer, ਚੰਦੂ had a sharp brain. ਹਰ ਗੱਲ ਦੇ ਵਿੱਚ ਅਸੀਂ ਦੇਖਿਆ ਕਿ ਚੰਦੂ ਦਾ ਤੇਜ਼ ਦਿਮਾਗ ਸੀ। He decided to go to the town to shave people and earn more money. ਉਹ ਚਾਹੁੰਦਾ ਸੀ ਕਿ ਮੈਂ ਸ਼ਹਿਰ ਜਾਵਾਂ, ਉੱਥੇ ਜ਼ਿਆਦਾ ਲੋਕਾਂ ਨੂੰ ਸ਼ੇਵ ਕਰਾਂ ਅਤੇ ਜ਼ਿਆਦਾ ਪੈਸੇ ਕਮਾਵਾਂ। So he decided to buy a bicycle. ਇਸ ਲਈ ਉਹ ਸੋਚਦਾ ਹੈ ਕਿ ਮੈਂ ਸਾਈਕਲ ਖਰੀਦ ਲਊਂਗਾ। Question number 14. Why had the men gathered in the ਸ਼ਾਹੂਕਾਰ's shop? ਸ਼ਾਹੂਕਾਰ ਦੀ ਦੁਕਾਨ ਦੇ ਵਿੱਚ ਲੋਕ ਇਕੱਠੇ ਕਿਉਂ ਹੋਏ ਸੀ? Answer, they had gathered to discuss the situation which had arisen because of Chandu's strike. ਚੰਦੂ ਦੀ ਹੜਤਾਲ ਕਰਕੇ ਜੋ ਸਥਿਤੀ ਆ ਗਈ ਸੀ ਉਸ ਨੂੰ ਡਿਸਕਸ ਕਰਨ ਲਈ, ਉਸ ਦੇ ਬਾਰੇ ਗੱਲਬਾਤ ਕਰਨ ਲਈ ਉਹ ਇਕੱਠੇ ਹੋਏ ਸੀ। Number 15. How did the ਸ਼ਾਹੂਕਾਰ look without being trimmed by the barber? ਸ਼ਾਹੂਕਾਰ ਬਿਨਾਂ ਵਾਲ ਕਟਾਏ ਕਿਹੋ ਜਿਹਾ ਲੱਗ ਰਿਹਾ ਸੀ? He looked like a beaver. ਉਹ ਬੀਵਰ ਵਰਗਾ ਲੱਗ ਰਿਹਾ ਸੀ। Number 16. What jokes became popular in every home and why? ਕਿਸ ਤਰ੍ਹਾਂ ਦੇ ਮਜ਼ਾਕ ਹੋਣ ਲੱਗੇ ਸੀ ਹਰ ਘਰ 'ਚ ਤੇ ਕਿਉਂ? Jokes about the unclean beard of the elders became popular. ਜਿਹੜੇ ਵੱਡੇ ਲੋਕ ਸੀ, ਬਜ਼ੁਰਗ ਲੋਕ ਸੀ, ਉਹਨਾਂ ਦੀ ਗੰਦੀ ਵਧੀ ਹੋਈ ਚਿੱਟੀ ਦਾੜੀ ਬਾਰੇ ਮਜ਼ਾਕ ਹੋਣ ਲੱਗ ਗਏ ਸੀ। Landlord's young wife threatened him to run away because of his shabby appearance. ਹੁਣ ਲੈਂਡਲੋਰਡ ਸੀ ਜਿਹੜਾ ਉਹ ਦੇਖਣ ਦੇ ਵਿੱਚ ਬਹੁਤ ਹੀ ਭੱਦਾ ਭਿਆਨਕ ਲੱਗਣ ਲੱਗ ਗਿਆ ਸੀ ਤੇ ਉਸ ਦੀ ਪਤਨੀ ਨੇ ਕੀ ਕਿਹਾ ਸੀ ਕਿ ਅਗਰ ਤੂੰ ਐਵੇਂ ਦਾ ਹੀ ਦਿਖਦਾ ਰਿਹਾ ਤਾਂ ਮੈਂ ਤੈਨੂੰ ਛੱਡ ਕੇ ਚਲੀ ਜਾਊਂਗੀ। ਤਾਂ ਇਸ ਤਰ੍ਹਾਂ ਦੇ ਮਜ਼ਾਕ ਸੀ ਜਿਹੜੇ ਉਹ ਹੋਣੇ ਸ਼ੁਰੂ ਹੋ ਗਏ ਸੀ। Next, number 17. What was the reason of the rumor that the landlord's wife had threatened to run away with someone else? ਕਿਉਂ ਇਹ ਰੌਲਾ ਪੈ ਗਿਆ ਸੀ ਕਿ ਉਹ ਜਿਹੜਾ ਜ਼ਿਮੀਂਦਾਰ ਸੀ ਉਹਦੀ ਵਾਈਫ ਕਿਸੇ ਹੋਰ ਨਾਲ ਭੱਜ ਜੂਗੀ? ਅਫਵਾਹ ਕਿਉਂ ਫੈਲੀ ਸੀ? The reason of the rumor was that the landlord looked very shabby with unshaven beard and his young wife did not like it. ਅਸਲ 'ਚ ਉਹ ਜ਼ਮੀਂਦਾਰ ਖੁਦ ਤਾਂ ਬੁੱਢਾ ਸੀ ਤੇ ਇੱਕ ਨੌਜਵਾਨ ਲੜਕੀ ਨਾਲ ਵਿਆਹ ਕਰਾ ਰੱਖਿਆ ਸੀ। ਸੋ ਹਰ ਛੋਟੀ ਵੱਡੀ ਗੱਲ 'ਤੇ ਉਸਨੂੰ ਇਹੀ ਤਾਨਾ ਦਿੰਦੇ ਹੁੰਦੇ ਸੀ ਕਿ ਮੈਂ ਤੈਨੂੰ ਛੱਡ ਕੇ ਚਲੀ ਜਾਊਂਗੀ। ਇਸ ਲਈ ਇਹ ਅਫਵਾਹ ਫੈਲੀ ਸੀ ਕਿਉਂਕਿ ਸ਼ੇਵ ਨਾ ਕਰਨ ਕਰਕੇ ਉਹ ਬਹੁਤ ਹੀ ਭਿਆਨਕ ਦਿਖਣ ਲੱਗਿਆ ਸੀ, ਸੋਹਣਾ ਨਹੀਂ ਸੀ ਲੱਗਦਾ। Next question. Why did the village elders threaten Chandu? Most important question, my dear students. ਪਿੰਡ ਦੇ ਜਿਹੜੇ ਵੱਡੇ ਲੋਕ ਸੀ ਉਹ ਚੰਦੂ ਨੂੰ ਕਿਉਂ ਡਰਾਉਣ ਲੱਗ ਗਏ ਸੀ? They threatened Chandu to send him to prison
for his offences and misconduct. ਉਹਨੂੰ ਕਹਿੰਦੇ ਸੀ ਕਿ ਅਸੀਂ ਤੈਨੂੰ ਜੇਲ੍ਹ 'ਚ ਭੇਜ ਦਾਂਗੇ ਜਿਹੜਾ ਤੂੰ ਸਾਡੇ ਨਾਲ ਇਹ ਦੁਰਵਿਵਹਾਰ ਕਰ ਰਿਹਾ, ਜੋ ਵੀ ਤੂੰ ਹਿਮਾਕਤਾਂ ਕੀਤੀਆਂ ਨੇ, ਜੋ ਵੀ ਤੂੰ ਸਾਡੇ ਨਾਲ ਦੁਰਵਿਵਹਾਰ ਕੀਤਾ ਹੈ, ਸਾਡੀ ਸ਼ੇਵ ਨਹੀਂ ਕਰਦਾ, ਕਟਿੰਗ ਨਹੀਂ ਕਰਦਾ। Number 19. Name the union that gave birth to many other active trade unions in the town. ਅਜਿਹੀ ਯੂਨੀਅਨ ਦਾ ਨਾਂ ਦੱਸੋ ਜਿਸਨੇ ਕਿ ਸ਼ਹਿਰ ਦੇ ਵਿੱਚ ਹੋਰ ਕਈ ਯੂਨੀਅਨਾਂ ਨੂੰ ਜਨਮ ਦਿੱਤਾ। ਸੋ ਚੈਪਟਰ ਦੇ ਵਿੱਚ ਤੁਸੀਂ ਪੜ੍ਹਿਆ ਐਂਡ ਦੇ ਵਿੱਚ ਰਾਜਕੋਟ ਡਿਸਟ੍ਰਿਕਟ ਬਾਬਰ ਬ੍ਰਦਰਸ ਹੈਰ ਡਰੈਸਿੰਗ ਐਂਡ ਸ਼ੇਵਿੰਗ ਸੈਲੂਨ ਟ੍ਰੇਡ ਯੂਨੀਅਨ। ਸੋ ਇਹਨਾਂ ਦੀ ਟ੍ਰੇਡ ਯੂਨੀਅਨ ਸੀ ਜਿਹੜੀ ਸਾਰੇ ਨਾਈ ਲੋਕਾਂ ਨੇ ਇਕੱਠੇ ਮਿਲ ਕੇ ਬਣਾਈ ਸੀ, ਉਹ ਸੀ ਰਾਜਕੋਟ ਡਿਸਟ੍ਰਿਕਟ ਬਾਬਰ ਬ੍ਰਦਰਸ ਹੈਰ ਡਰੈਸਿੰਗ ਐਂਡ ਸ਼ੇਵਿੰਗ ਸੈਲੂਨ trade union. Dear students, now you are to fill in the blanks with suitable options. Number 1. The age difference between Chandu and the narrator was of dash months. ਹਾਂਜੀ ਦੱਸੋ ਕੀ ਉਮਰ ਦਾ ਕਿੰਨਾ ਫਰਕ ਸੀ ਚੰਦੂ ਦਾ ਤੇ ਲੇਖਕ ਦਾ? Answer is 6 months. Next, Chandu was not good at doing sums at schools as he had no time for the home dash. The right answer is tasks. ਚੰਦੂ ਇਸ ਲਈ ਸਵਾਲ ਨਹੀਂ ਸੀ ਕੱਢ ਪਾਉਂਦਾ ਕਿਉਂਕਿ ਘਰ ਦੇ ਕੰਮ ਕਰਨ ਲਈ ਉਸ ਕੋਲ ਟਾਈਮ ਹੀ ਨਹੀਂ ਸੀ ਹੁੰਦਾ। ਪਿਤਾ ਜੀ ਉਸ ਨੂੰ ਆਪਣੇ ਕੰਮ ਵਿੱਚ ਹੀ ਲਾਈ ਰੱਖਦੇ ਸਨ। ਸੋ ਜੋ ਹੋਮ ਟਾਸਕ ਉਸ ਨੂੰ ਸਕੂਲ ਤੋਂ ਮਿਲਦਾ ਸੀ ਮੈਮ ਵੱਲੋਂ ਉਹ ਕਰ ਹੀ ਨਹੀਂ ਸੀ ਪਾਉਂਦਾ। ਵਿਜੇ ਚੰਦ ਦ ਲੈਂਡਲॉर्ड turned ਚੰਦੂ out of his house due to dash bag. ਹਾਂਜੀ, ਵਿਜੇ ਚੰਦ ਚੰਦੂ ਨੂੰ ਕਿਸ ਲਈ ਘਰ ਤੋਂ ਬਾਹਰ ਕੱਢ ਦਿੰਦਾ ਹੈ? ਕਿਹੜੇ ਬੈਗ ਦੇ ਬਦਲੇ? ਵੈਦਰ ਬੈਗ ਕਿ ਲੈਦਰ ਬੈਗ? Obviously, the right answer is leather bag, ਚਮੜੇ ਦੇ ਬੈਗ ਕਾਰਨ। ਸ਼ਾਹੂਕਾਰ thought that Chandu was joking like a dash, looking like a dash, wearing clothes of a doctor. ਸ਼ਾਹੂਕਾਰ ਕੀ ਕਹਿੰਦਾ ਹੈ ਕਿ ਡਾਕਟਰ ਦੇ ਕੱਪੜੇ ਪਾ ਕੇ ਚੰਦੂ ਕਿਹੋ ਜਿਹਾ ਲੱਗ ਰਿਹਾ? ਕਲਾਊਨ ਲੱਗ ਰਿਹਾ, ਜੋਕਰ ਲੱਗ ਰਿਹਾ ਕਿ ਓਨ ਲੱਗ ਰਿਹਾ, ਆਪਣਾ ਲੱਗ ਰਿਹਾ? So he called him a clown. The right answer is clown, ਜੋਕਰ ਲੱਗ ਰਿਹਾ। Number 5. Chandu's mother was a dash woman. Dumb, cantankerous. The right answer is cantankerous. ਚੰਦੂ ਦੀ ਮਾਂ ਕਿਹੋ ਜਿਹੀ ਸੀ? ਲੜਾਕੀ, cantankerous. Next, Chandu's mother treated the narrator with dash. ਚੰਦੂ ਦੀ ਮਾਂ ਲੇਖਕ ਨਾਲ ਕੀ ਵਿਵਹਾਰ ਕਰਦੀ ਸੀ? Hatred or kindness? The right answer is kindness. ਦਿਆਲਤਾ ਭਰਿਆ ਵਿਵਹਾਰ ਕਰਦੀ ਸੀ। Number 7. Chandu decided to go on a strike to teach a dash to the great ones of the village. ਚੰਦੂ ਨੇ ਹੜਤਾਲ ਤੇ ਜਾਣ ਦੇ ਲਈ ਜਿਹੜਾ ਐਲਾਨ ਕੀਤਾ ਸੀ ਉਹ ਕਿਉਂ ਕੀਤਾ ਸੀ? ਕੀ ਸਿਖਾਉਣਾ ਚਾਹੁੰਦਾ ਸੀ ਉਹ ਪਿੰਡ ਵਾਲਿਆਂ ਨੂੰ? The right answer is lesson, L-E-S-S-O-N. ਇਸ ਲੈਸਨ ਦਾ ਮਤਲਬ ਹੈ ਪਾਠ। ਦੂਸਰੇ ਲੈਸਨ, ਦੂਸਰਾ ਸ਼ਬਦ ਜੋ ਲੈਸਨ ਹੈ ਉਸ ਦਾ ਮਤਲਬ ਹੈ ਕਿਸੇ ਚੀਜ਼ ਨੂੰ ਘੱਟ ਕਰਨਾ। ਸੋ ਪਾਠ ਸਿਖਾਉਣਾ ਚਾਹੁੰਦਾ ਸੀ, ਉਹਨਾਂ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ, ਲੈਸਨ। ਫਸਟ ਇਜ਼ ਦ ਰਾਈਟ ਆਂਸਰ। ਚੰਦੂ ਡਿਸਾਈਡਡ ਟੂ ਬਾਈ ਅ ਬਾਈਸਿਕਲ ਟੂ ਗੋ ਟੂ ਡੈਸ਼ ਟੂ ਅਰਨ ਮਨੀ, ਟਾਊਨ ਔਰ ਵਿਲੇਜ। ਸਾਈਕਲ ਕਿਉਂ ਲੈਣਾ ਚਾਹੁੰਦਾ ਸੀ? ਕਿੱਥੇ ਜਾਣਾ ਚਾਹੁੰਦਾ ਸੀ ਉਹ ਪੈਸੇ ਕਮਾਉਣ ਵਾਸਤੇ? ਸ਼ਹਿਰ ਕਿ ਪਿੰਡ? ਦ ਰਾਈਟ ਆਂਸਰ ਇਜ਼ ਟਾਊਨ, ਕਸਬੇ 'ਚ। Number 9. The men had gathered in the Shahukar's shop to see his mustache or shop. ਲੋਕ ਸ਼ਾਹੂਕਾਰ ਦੀ ਦੁਕਾਨ ਤੇ ਕਿਉਂ ਇਕੱਠੇ ਹੋਏ ਸੀ? ਉਸ ਦੀਆਂ ਮੁੱਛਾਂ ਦੇਖਣ ਲਈ ਜਾਂ ਉਸ ਦੀ ਦੁਕਾਨ ਦੇਖਣ ਲਈ? The right answer is mustache. Number 10. The Shahukar looked like a dash without being trimmed by the barber. ਸ਼ਾਹੂਕਾਰ ਬਿਨਾਂ ਵਾਲ ਕਟਾਏ, ਬਿਨਾਂ ਸ਼ੇਵ ਕੀਤੇ ਕਿਹੋ ਜਿਹਾ ਲੱਗ ਰਿਹਾ ਸੀ? He looked like a beggar or leper. You should find out from the book. Now the objective type questions. My dear students, I will not solve all these questions for you. You should do it. This is your homework because I have explained the complete chapter. I have explained all the question answers so you can easily identify the right answers, okay? You should do it at your own. Who is the author of the story? You should write the answer. Number 2. What was the age difference between Chandu and narrator? Okay. ਦੋਵਾਂ ਦੀ ਉਮਰ 'ਚ ਕੀ ਫਰਕ ਸੀ? Number 3. Chandu was an expert at catching what?
ਕੀ ਚੀਜ਼ ਉਹ ਬੜੇ ਸ਼ਾਨਦਾਰ ਤਰੀਕੇ ਨਾਲ ਫੜ ਲੈਂਦਾ ਸੀ? 4 ਆਪਸ਼ਨਸ ਨੇ, ਵੈਸਪ ਪਰਿੰਡਾਂ, ਬਟਰਫਲਾਈਜ਼ ਤਿਤਲੀਆਂ, ਸਨੇਕਸ ਸੱਪ, ਲਿਜ਼ਰਡਸ ਛਿਪਕਲੀਆਂ। ਨੈਕਸਟ, ਚੰਦੂ ਵਾਜ਼ ਅ ਡੈਸ਼ ਸਨ। ਚੰਦੂ ਕਿਸ ਦਾ ਬੇਟਾ ਸੀ? ਡਾਕਟਰ ਸਨ, ਬਾਬਰ ਸਨ, ਫਾਰਮਰ ਸਨ ਜਾਂ ਲੈਂਡਲੋਰਡ ਸਨ? ਇਹ ਦੱਸਣਾ ਹੈ ਤੁਸੀਂ। ਨੈਕਸਟ, ਹੂ ਵਾਜ਼ ਲਾਲਾ ਹੁਕਮ ਚੰਦ? ਲਾਲਾ ਹੁਕਮ ਚੰਦ ਕੌਣ ਸੀ? ਦ ਬਾਬਰ ਆਫ ਦ ਵਿਲੇਜ, ਦ ਲਾਇਰ ਆਫ ਦ ਵਿਲੇਜ, ਦ ਲੈਂਡਲੋਰਡ ਆਫ ਦ ਵਿਲੇਜ? ਨਾਈ ਸੀ, ਵਕੀਲ ਸੀ ਜਾਂ ਪਿੰਡ ਦਾ ਜ਼ਮੀਂਦਾਰ ਸੀ? ਨੰਬਰ 6, ਵਟ ਵਾਜ਼ ਦ ਨੇਮ ਆਫ ਦ ਲੈਂਡਲੋਰਡ? ਹੁਣ ਤੁਸੀਂ ਦੱਸਣਾ ਹੈ ਕਿ ਉਸ ਜ਼ਮੀਂਦਾਰ ਦਾ ਨਾਂ ਕੀ ਸੀ। ਨੰਬਰ 7, ਵਟ ਡਿਡ ਚੰਦੂ ਡਿਸਾਈਡ ਟੂ ਬਾਏ? ਚੰਦੂ ਕੀ ਖਰੀਦਣ ਬਾਰੇ ਸੋਚਦਾ ਹੈ? ਹਾਰਸ ਘੋੜਾ, ਬਾਈਸਿਕਲ ਸਾਈਕਲ, ਬੈਗ ਜਾਂ ਪੈਨ? ਨੰਬਰ 8, ਦ ਵਿਲੇਜ ਐਲਡਰਸ ਥ੍ਰੈਟਨ ਟੂ ਹੈਵ ਚੰਦੂ ਸੈਂਟ ਟੂ ਸਰਕਸ, ਟਰੂ ਔਰ ਫਾਲਸ? ਪਿੰਡ ਦੇ ਲੋਕ ਉਹਨੂੰ ਇਹ ਧਮਕੀ ਦਿੰਦੇ ਸਨ ਕਿ ਤੈਨੂੰ ਸਰਕਸ 'ਚ ਭੇਜ ਦੇਵਾਂਗੇ। ਕੀ ਇਹ ਸੱਚ ਹੈ ਕਿ ਝੂਠ ਹੈ? ਨੰਬਰ 9, ਚੰਦੂ went on a strike to teach the elders of the village a lesson, true or false? ਚੰਦੂ ਇਸ ਲਈ ਹੜਤਾਲ ਤੇ ਗਿਆ ਤਾਂ ਕਿ ਉਸ ਪਿੰਡ ਦੇ ਲੋਕਾਂ ਨੂੰ ਇੱਕ ਸਬਕ ਸਿਖਾ ਸਕੇ। ਸੱਚ ਕਿ ਝੂਠ? ਚੰਦੂ's mother was an ill-tempered woman, true or false? ਚੰਦੂ ਦੀ ਮਾਂ ਇੱਕ ਬਹੁਤ ਹੀ ਲੜਾਕੀ ਔਰਤ ਸੀ। ਸੱਚ ਕਿ ਝੂਠ? ਨੰਬਰ 11, name the union which gave birth to many other trade unions in the town? ਉਸ ਯੂਨੀਅਨ ਦਾ ਨਾਂ ਦੱਸੋ ਜਿਸ ਨੇ ਹੋਰ ਕਈ ਟ੍ਰੇਡ ਯੂਨੀਅਨਸ ਨੂੰ ਜਨਮ ਦਿੱਤਾ ਉਸ ਕਸਬੇ 'ਚ। ਨੰਬਰ 12, ਚੰਦੂ ਵਾਂਟਡ ਟੂ ਡਰੈਸ ਅਪ ਲਾਈਕ ਡਾਕਟਰ ਡੈਸ਼? ਚੰਦੂ ਕਿਸ ਡਾਕਟਰ ਦੀ ਤਰ੍ਹਾਂ ਕੱਪੜੇ ਪਹਿਨਣਾ ਚਾਹੁੰਦਾ ਸੀ? ਏ ਮੁਸਤਫਾ, ਬੀ ਜੁਮਨ ਸ਼ੇਖ, ਸੀ ਕਲਨ ਖਾਨ, ਡੀ ਰਹੀਮ ਖਾਨ? My dear students, today's slide has been prepared by Ms. Anurag Sidhu, lecturer in English, Government Senior Secondary Smart School, Ramgarh Pudda, SS Nagar, and vetted by Suresh Kumar, lecturer in English, Government Senior Secondary School, Pandori Nichra, Jalandhar. This was all about the slide of the day, dear students. If you like the videos of this channel, like this video, share with your friends, and also subscribe the channel. Thank you. Have a nice time.